बिस्मिल्लाहिर्रहमानिर्रहीम। अस्सलाम वालेकुम नाज़रीन, ਤੁਹਾਡਾ ਮੇਜ਼ਬਾਨ ਮੁਹੰਮਦ ਮੁਦੱਸਰ ਸ਼ਾਹਸਵਾਰ ਚੈਨਲ ਦੀ ਤਰਫੋਂ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਅੱਜ ਅਸੀਂ ਇੱਕ ਪਿੰਡ ਵਿੱਚ ਆਏ ਹਾਂ ਅਤੇ ਇੱਥੇ ਅਸੀਂ ਤੁਹਾਨੂੰ ਇੱਕ ਚਿਕਨ ਸ਼ਾਪ 'ਤੇ ਲੈ ਕੇ ਆਏ ਹਾਂ। ਅਸੀਂ ਇੱਥੇ ਵੇਖਾਂਗੇ ਕਿ ਗੋਸ਼ਤ ਜਿਹੜਾ ਚਿਕਨ ਦਾ ਗੋਸ਼ਤ ਉਹਦੀ ਸਫਾਈ ਸੁਥਰਾਈ ਦਾ ਕਿਸ ਤਰ੍ਹਾਂ ਖਿਆਲ ਰੱਖਿਆ ਜਾਂਦਾ ਅਤੇ ਇਹ ਦੁਕਾਨਦਾਰ ਜਿਹੜੇ ਨੇ ਇਹ ਕੀ ਤਰੀਕਾ ਅਖਤਿਆਰ ਕਰਦੇ ਨੇ, ਇਸ ਤਰ੍ਹਾਂ ਦੂਰ ਦਰਾਜ਼ ਇਲਾਕੇ 'ਚ ਇਹਨਾਂ ਤੱਕ ਕਿਵੇਂ ਸਪਲਾਈ ਹੁੰਦੀ ਹੈ, ਮੁਰਗੇ ਕਿੱਥੋਂ ਲੈ ਕੇ ਆਉਂਦੇ ਨੇ, ਇਹ ਸਾਰੀਆਂ ਚੀਜ਼ਾਂ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ। ਅਤੇ ਇਹ ਜਿਹੜੇ ਇਸ ਦੁਕਾਨ ਦੇ ਮਾਲਕ ਨੇ, ਜਿਹੜੇ ਇੱਥੇ ਗੋਸ਼ਤ ਦਾ ਕੰਮ ਕਰ ਰਹੇ ਨੇ, ਮੁਹੰਮਦ ਯੂਸਫ ਰਾਈ ਸਾਹਿਬ। ਇਹ ਪਿੱਛੇ ਮੁਰਗ ਵੀ ਤੁਸੀਂ ਆਵਾਜ਼ ਸੁਣ ਲਈ ਹੈ। ਅਸੀਂ ਪਹਿਲਾਂ ਜ਼ਰਾ ਇਹਨਾਂ ਦੇ ਇਸ ਫੱਟੇ ਦਾ ਤੁਹਾਨੂੰ ਇੱਕ ਜਾਇਜ਼ਾ ਤੁਹਾਡੇ ਸਾਹਮਣੇ ਪੇਸ਼ ਕਰਨੇ ਹਾਂ ਕਿ ਇਹ ਦੇਖੋ ਸਫਾਈ ਸੁਥਰਾਈ ਦਾ ਇਹਨਾਂ ਕਿਤਨਾ ਅੱਛਾ ਖਿਆਲ ਰੱਖਿਆ। ਇਹ ਗੋਸ਼ਤ ਇਹਨਾਂ ਕੋਲ ਜਿਹੜਾ ਨਾ ਦਿਖਾਓ ਜੀ, ਇਹਨਾਂ ਕਿਸ ਤਰ੍ਹਾਂ ਢੱਕ ਕੇ ਰੱਖਿਆ, ਸਾफ़ ਸੁਥਰਾ ਗੋਸ਼ਤ। ਉਸ ਉੱਤੇ कपड़ा दिता है, एक टोकरी च नीचे भी कपड़ा दिता है तो ताकि ऊपर मक्खी ना बैठ सके। इस तरह ही इन्हों कोल इधर लिया के दिखाओ जी कि मुर्गे जोड़े बैठे ने, यह मुर्गे मौजूद ने 7-8 मुर्गे इस टाइम इधर भी ने। देसी मुर्गा भी मौजूद है, ब्रायलर भी मौजूद ने। तो ये सुबह तो लैके शाम तक अपनी ये शाप चलाते हैं। तो असी हुण तुहानूं इस लो जी मुर्गे ने भी पता चल गया कि रिकॉर्डिंग हो रही है, उन्हें भी अपना इंटरव्यू देना शुरू कर दिता। ਅਸੀਂ ਤੁਹਾਨੂੰ ਦੁਕਾਨ ਦੇ ਜਿਹੜੇ ਮਾਲਕ ਨੇ ਮੁਹੰਮਦ ਯੂਸਫ ਰਾਈ ਸਾਹਿਬ, ਉਹਨਾਂ ਨਾਲ ਮਿਲਾਉਂਦੇ ਹਾਂ। ਰਾਈ ਸਾਹਿਬ अस्सलाम वालेकुम। ਵਾਲੇਕਮ ਅਸਲਾਮ। ਅੱਛਾ, ਤੁਸੀਂ ਸਾਨੂੰ ਪਹਿਲਾਂ ਤਾਂ ਇਹ ਦੱਸੋ ਕਿ ਨਾਂ ਤਾਂ ਤੁਹਾਡਾ ਮੁਹੰਮਦ ਯੂਸਫ ਹੈ, ਅਤੇ ਇਹ ਰਾਈ ਜਿਹੜਾ ਨਾਲ ਲੱਗਾ ਇਹ ਤਹੱਲਸ ਕਿਵੇਂ ਤੁਹਾਡਾ ਪਿਆ? ਇਹ ਜੀ ਸਕੂਲ ਦੇ ਵਿੱਚ ਪੜ੍ਹਦੇ ਆਂ ਤੇ ਗਾਣੇ ਵਜਾਣੇ ਦਾ ਸ਼ੌਕ ਸੀ। ਉਸਤਾਦ ਅਕਬਰ ਸਾਹਿਬ ਸਨ ਜਿਨ੍ਹਾਂ ਸਾਡਾ ਨਾਂ ਯੂਸਫ ਰਾਈ ਪਾ ਛੜਿਆ ਸੀ ਜੀ। ਉੱਥੇ 5ਵਾਂ ਪੀਰੀਅਡ ਬਜ਼ਮੇ ਅਦਬ ਦਾ ਹੁੰਦਾ ਸੀ, ਜਿਹਦੇ ਵਿੱਚ ਸਾਨੂੰ ਗਾਣੇ ਦੀ ਵੀ ਜਾਂ ਨਾਤ ਦੀ ਜਾਂ ਜਿਹੜੇ ਕੋਲ ਜਿਹੜਾ ਫਨ ਹੁੰਦਾ ਸੀ ਨਾ ਜੀ, ਉਸ ਇਸਤੇਮਾਲ ਕੀਤਾ ਜਾਂਦਾ ਸੀ। ਸਾਨੂੰ ਜਿਹੜਾ ਗਾਣੇ ਦਾ ਸ਼ੌਕ ਸੀ, ਇਸ ਵਜ੍ਹਾ ਤੋਂ ਸਾਡਾ ਨਾਂ ਰਾਈ ਉਸਤਾਦਾਂ ਨੇ ਪਾ ਦਿੱਤਾ। ਅੱਛਾ, ਇਹਦਾ ਮਤਲਬ ਇਹ ਹੈ ਕਿ ਅਕਰਮ ਰਾਈ ਸਾਹਿਬ ਜਿਹੜੇ ਇੱਕ ਲੋਕ ਫਨਕਾਰ ਸਨ, ਅਕਰਮ ਰਾਈ ਸਾਹਿਬ, ਉਹਨਾਂ ਦੇ ਨਾਂ ਦੇ ਉੱਤੇ ਦੇ ਨਾਲ ਹੀ ਉਹਨਾਂ ਸਾਨੂੰ ਜੋੜ ਦਿੱਤਾ ਜੀ ਉਸਤਾਦ। ਅੱਛਾ, ਚਲੋ ਜੀ। ਮਾਸਟਰ ਅਕਬਰ ਸਾਹਿਬ ਮੇਰੇ ਵੀ ਉਸਤਾਦ ਨੇ, ਉਹਨਾਂ ਦੀ ਅੱਲਾਹ ਤਾਲਾ ਸਿਹਤ ਤੰਦਰੁਸਤੀ ਉਹਨਾਂ ਨੂੰ ਤਾ ਫਰਮਾਏ, ਸਿਹਤ ਵਾਲੀ ਲੰਬੀ ਜ਼ਿੰਦਗੀ ਤਾ ਫਰਮਾਏ। ਅੱਛਾ, ਤੁਸੀਂ ਇਹ ਦੱਸੋ ਇਹ ਗੋਸ਼ਤ ਦਾ ਕੰਮ ਤੁਸੀਂ ਕਿੰਨੇ ਅਰਸੇ ਤੋਂ ਕਰ ਰਹੇ ਹੋ? ਤਕਰੀਬਨ ਜੀ 15-14 ਸਾਲ ਹੋ ਗਏ ਨੇ ਜੀ। 15-14 ਸਾਲ ਤੋਂ ਇਹ ਕੰਮ ਕਰ ਰਹੇ ਹੋ। ਅਤੇ ਇਸ ਪਿੰਡ ਵਿੱਚ ਹੋਰ ਵੀ ਦੁਕਾਨਾਂ ਹੋਣੀਆਂ ਨੇ ਗੋਸ਼ਤ ਦੀਆਂ, ਲੇਕਿਨ ਤੁਹਾਡੀ ਦੁਕਾਨ ਬੜੀ ਮਸ਼ਹੂਰ ਹੈ, ਲੋਕ ਅਮੂਮਨ ਇੱਥੇ ਹੀ ਗੋਸ਼ਤ ਲੈਣ ਆਉਂਦੇ ਨੇ, ਉਹਦੀ ਕੀ ਖਾਸ ਵਜ੍ਹਾ? ਇਸ ਵਜ੍ਹਾ ਸਫਾਈ ਸੁਥਰਾਈ ਔਰ ਅੱਛੀ ਸਿਹਤਮੰਦ ਮੁਰਗੀ ਲੈਣੀ ਹੈ ਜੀ। ਗਾਹਕ ਦਾ ਖਿਆਲ ਰੱਖਣਾ ਵੀ ਇਹ ਕੀ ਪਸੰਦ ਕਰਦਾ ਹੈ ਜੀ, ਉਹਨੂੰ ਉਸ ਕਿਸਮ ਦਾ ਗੋਸ਼ਤ ਦਿੱਤਾ ਜਾਂਦਾ। ਉਹ ਇਸ ਵਜ੍ਹਾ ਦੇ ਤੋਂ ਕਿ ਉਹਨੂੰ ਮੁਤਮਿਨ ਕੀਤਾ ਜਾਂਦਾ ਵੀ ਸਾਡੇ ਕੋਲ ਅੱਛੀ ਮੁਰਗੀ ਹੈ, ਅਸੀਂ ਅੱਛਾ ਗੋਸ਼ਤ ਕਰਨੇ ਆ ਔਰ ਜੋ ਅੱਲਾ ਔਰ ਉਸ ਦੇ ਰਸੂਲ ਦਾ ਤਰੀਕਾ ਉਸ ਤਰੀਕੇ ਨਾਲ ਕਰਨਾ। ਮਾਸ਼ਾਅੱਲਾ ਜੀ। ਇਹ ਦੱਸੋ ਇੱਕ ਦਿਨ 'ਚ ਕਿੰਨੇ ਗਾਹਕ ਤੁਹਾਡੇ ਕੋਲ ਆ ਜਾਂਦੇ ਨੇ? ਤਕਰੀਬਨ ਜੀ ਗਾਹਕ ਆ ਜਾਂਦੇ ਨੇ 20 ਤੋਂ 25-30 ਗਾਹਕ ਰੋਜ਼ਾਨਾ ਇਹਨਾਂ ਕੋਲ ਆ ਜਾਂਦੇ ਨੇ। ਅੱਛਾ, ਦੂਸਰਾ ਇਹ ਸਾਨੂੰ ਦੱਸੋ ਕਿ ਖੁਸ਼ੀ ਦੇ ਮੌਕੇ 'ਤੇ ਪਲਾਨ ਹੁੰਦਾ, ਪਤਾ ਹੁੰਦਾ ਗੋਸ਼ਤ ਦਾ ਇੰਤਜ਼ਾਮ ਕਰਨਾ, ਫਲਾਂ ਤਰੀਕ ਨੂੰ ਕਿਸੇ ਦੀ ਸ਼ਾਦੀ ਜਾਂ ਮੰਗਣੀ ਹੈ ਜਾਂ ਕੋਈ ਵੀ ਖੁਸ਼ੀ ਦਾ ਮੌਕਾ ਹੈ, ਲੇਕਿਨ ਜਦੋਂ ਕੋਈ ਗਮੀ ਦਾ ਮੌਕਾ ਹੁੰਦਾ, ਕੋਈ ਅਚਾਨਕ ਕੋਈ ਡੈਥ ਕਿਸੇ ਦੀ ਹੋ ਜਾਂਦੀ ਹੈ, ਤਾਂ ਫਿਰ ਇਤਨਾ ਗੋਸ਼ਤ ਤੁਸੀਂ ਕਿਸ ਤਰ੍ਹਾਂ ਅਰੇਂਜ ਕਰਦੇ ਹੋ? ਅਸੀਂ ਸਾਡਾ ਇੱਕ ਬਰੋਕਰ ਹੈ ਜੀ, ਚੱਕ ਨੰਬਰ 28B ਦਾ, ਅਸੀਂ ਉਹਦੇ ਨਾਲ ਰਾਬਤਾ ਕਰਨੇ ਆ, ਜਿਹਦੇ ਕੋਲ ਅਸੀਂ ਗੋਸ਼ਤ ਲੈਂਦੇ ਹਾਂ। ਉਹਨੂੰ ਫਿਰ ਅਸੀਂ ਆਨੇ ਹਾਂ ਵੀ ਸਾਡੇ ਤੱਕ ਗੋਸ਼ਤ ਮੁਰਗੀ ਦਾ ਜਿਹੜਾ ਨੇ ਦੇ ਕੇ ਜਾਓ, ਫਿਰ ਉਹ ਸਾਨੂੰ ਇੱਥੇ ਸਪਲਾਈ ਚੱਕ ਦੇ ਵਿੱਚ ਦੇ ਕੇ ਜਾਂਦਾ। ਕਦੀ ਇਸ ਤਰ੍ਹਾਂ ਹੋਇਆ ਕਿ ਕੋਈ ਮੌਕਾ ਹੋਵੇ ਅਤੇ ਗੋਸ਼ਤ ਨਾ ਪਹੁੰਚ ਸਕਿਆ ਹੋਵੇ? ਉਹ ਜੀ ਹੋ ਜਾਂਦਾ, ਕਦੇ ਇਸ ਤਰੀਕੇ ਵੀ ਹੋ ਜਾਂਦਾ, ਗੱਡੀ ਖਰਾਬ ਹੋ ਗਈ ਹੈ, ਨਹੀਂ ਪਹੁੰਚ ਸਕੇ, ਅਤੇ ਉਂਝ ਅਮੂਮਨ ਅਲਹਮਦੁਲਿਲਾ ਸਪਲਾਈ ਪਹੁੰਚ ਜਾਂਦੀ ਹੈ। ਅੱਛਾ, ਇਹ ਰੂਟੀਨ 'ਚ ਜਿਹੜਾ ਗੋਸ਼ਤ ਰੋਜ਼ ਆਉਂਦਾ ਹੈ, ਇਹ ਵੀ ਉਹੀ ਬਰੋਕਰ ਤੁਹਾਨੂੰ ਸਪਲਾਈ ਕਰਦਾ ਜਾਂ ਖੁਦ ਮੁਰਗੇ ਤੁਸੀਂ ਪਾਲਦੇ ਹੋ? ਨਹੀਂ ਜੀ, ਨਹੀਂ, ਅਸੀਂ ਖੁਦ ਨਹੀਂ ਪਾਲ ਸਕਦੇ, ਅਤੇ ਕੋਈ ਵੱਡੇ ਲੋਕ ਨੇ ਜਿਹੜੇ ਉਹ ਹੀ ਪਾਲਦੇ ਨੇ ਜੀ। ਅਸੀਂ ਤਾਂ ਮਾੜੇ ਬੰਦੇ ਮਜ਼ਦੂਰ ਆਦਮੀ ਆ, ਛੋਟੀ ਦੁਕਾਨ, ਸਾਨੂੰ ਬਰੋਕਰ ਦੇ ਕੇ ਜਾਂਦਾ ਗੋਸ਼ਤ। ਅੱਛਾ, ਇਹ ਹੁਣ ਜਿਸ ਤਰ੍ਹਾਂ ਮਹਿੰਗਾਈ ਦੀ ਇੱਕ ਨਵੀਂ ਲਹਿਰ ਆਈ ਹੈ, ਜਿਹਦੇ ਚੀਜ਼ਾਂ ਬਹੁਤ ਮਹਿੰਗੀਆਂ ਹੋ ਗਈਆਂ ਨੇ, ਚਿਕਨ ਦਾ ਗੋਸ਼ਤ ਵੀ ਕਾਫੀ ਮਹਿੰਗਾ ਹੋ ਗਿਆ। ਪਹਿਲਾਂ ਤਾਂ ਗਰਮੀਆਂ 'ਚ ਗੋਸ਼ਤ ਦਾ ਰੇਟ ਕੰਮ ਹੋ ਜਾਂਦਾ ਸੀ, ਲੇਕਿਨ ਹੁਣ ਇਸ ਦਫਾ ਕਾਫੀ ਹਾਈ ਉੱਪਰ ਹੈ। ਅਤੇ ਉਹਦੇ ਨਾਲ ਕੋਈ ਵਿਕਰੀ 'ਤੇ ਫਰਕ ਪਿਆ? ਕੋਈ ਗਾਹਕ ਘਟੇ ਨੇ ਜਾਂ ਉਸੇ ਤਰ੍ਹਾਂ ਹੀ ਗਾਹਕ ਲੈ ਕੇ ਜਾ ਰਹੇ ਨੇ? ਬਹੁਤ ਜ਼ਿਆਦਾ ਫਰਕ ਪਿਆ ਜੀ। ਗੋਸ਼ਤ ਦਾ ਅਸੀਂ ਤਕਰੀਬਨ ਇਸ ਚੱਕ ਦੇ ਵਿੱਚ 60 ਤੋਂ 70 ਕਿਲੋ ਗੋਸ਼ਤ ਵੇਚਣ ਵਾਲੇ ਸਾਂ, ਸਾਡਾ ਸਿਰਫ 25 ਕਿਲੋ ਗੋਸ਼ਤ ਵਿਕਦਾ ਟੋਟਲ। ਸਾਡੇ ਛੋਟੇ ਬੱਚੇ ਨੇ, ਇਸ ਵਜ੍ਹਾ ਦੇ ਤੋਂ ਮਹਿੰਗਾਈ ਦੀ ਵਜ੍ਹਾ ਦੇ ਤੋਂ ਸਾਡੀ ਦਿਹਾੜੀ ਵੀ ਪੂਰੀ ਨਹੀਂ ਹੁੰਦੀ। ਪਿਛਲਾ ਬੰਦਾ ਜਿਹੜਾ ਬਰੋਕਰ ਹੈ, ਉਹ ਵੀ ਅਸੀਂ ਉਹਦੇ ਪੈਸੇ ਲੈ ਖਾਈ ਜਾਂਦੇ ਹਾਂ। ਇਸ ਮਹਿੰਗਾਈ ਨੇ ਸਾਡਾ ਲੱਕ ਤਰੋੜ ਦਿੱਤਾ ਜੀ, ਫੜ ਕੇ ਗਰੀਬ ਆਦਮੀ ਨਾਲ। ਅੱਛਾ, ਤੁਸੀਂ ਆਖਿਆ ਕਿ ਤੁਸੀਂ ਸਕੂਲ ਜਾਂਦੇ ਰਹੇ ਹੋ, ਬਜ਼ਮੇ ਅਦਬ ਦਾ ਪੀਰੀਅਡ ਵੀ ਸੀ, ਕਿੰਨੀਆਂ ਜਮਾਤਾਂ ਤੁਸੀਂ ਪੜ੍ਹੇ ਹੋ? ਅਸੀਂ ਜੀ
ਤਕਰੀਬਨ 5 ਕਿ 6 ਜਮਾਤਾਂ ਪੜ੍ਹੇ ਹਾਂ 5 ਜਾਂ 6 ਜਮਾਤਾਂ ਤੁਸੀਂ ਪੜ੍ਹੇ ਹੋ, ਤੇ ਇਹਦੇ 'ਚ ਤੁਸੀਂ ਕੀ ਸਮਝਦੇ ਹੋ, ਅਗਰ ਤੁਸੀਂ ਪੜ੍ਹ ਜਾਂਦੇ ਤੇ ਜ਼ਿਆਦਾ ਫਾਇਦੇ 'ਚ ਹੋਣਾ ਸੀ, ਜਾਂ ਇਹ ਗੋਸ਼ ਦੇ ਕੰਮ 'ਚ ਬਸ ਠੀਕ ਹੈ ਜੋ ਅੱਲਾ ਦੇ ਰਿਹਾ ਹੈ, ਮੁਤਮਿਨ ਹੋ? ਸ਼ੁਕਰ ਅਲਹਮਦੁਲਿਲਾ, ਪੜ੍ਹ ਜਾਂਦੇ ਤੇ ਸ਼ਾਇਦ ਨੌਕਰੀ ਨਾ ਲੱਭਦੀ। ਹੁਣ ਜੋ ਮਜ਼ਦੂਰੀ ਅੱਲਾ ਪਾਕ ਨੇ ਸਾਡੇ ਨਸੀਬ 'ਚ ਲਿਖੀ ਹੈ, ਜੋ ਬੱਚਿਆਂ ਦਾ ਰਿਜ਼ਕ ਰੋਟੀ ਉਹ ਸਾਨੂੰ ਲੱਭਦਾ ਜਾਂਦਾ ਹੈ, ਅਸੀਂ ਅਲਹਮਦੁਲਿਲਾ ਕਰਕੇ। ਤੁਸੀਂ ਕਦੀ ਇਹ ਨਹੀਂ ਸੋਚਿਆ ਕਿ ਇਸ ਕਾਰੋਬਾਰ ਆਪਣੇ ਨੂੰ ਵਧਾਓ, ਇਹ ਚਿਕਨ ਤੋਂ ਇਲਾਵਾ ਨਾਲ ਕੋਈ ਬੱਕਰੇ ਦਾ ਕੰਮ ਸ਼ੁਰੂ ਕਰੋ, ਜਾਂ ਕੋਈ ਹੋਰ ਗੋਸ਼ਤ ਨਾਲ ਕੱਟਾ ਵਗੈਰਾ ਕਰਨਾ ਸ਼ੁਰੂ ਕਰ ਦਿਓ? ਇਹ ਜੀ ਬੱਕਰਾ ਕਟਾ ਜਿਹੜਾ ਇਹ 800-700 ਤੋਂ 1400-1500 ਤੇ ਟੁਰ ਗਿਆ। ਇਹਨੂੰ ਵਧਾਉਣ ਦੀ ਬਜਾਏ ਤੇ ਸਾਨੂੰ ਅਲਹਮਦੁਲਿਲਾ ਜਿੰਜ ਦੀ ਹਕੂਮਤ ਆ ਗਈ, ਇਹਨੇ ਸਾਨੂੰ ਮਾਰ ਦਿੱਤਾ ਫੜ ਕੇ। ਬਜਾਏ ਵਧਾਉਣ ਦੇ ਸਾਡਾ ਤੇ ਅਗਲਾ ਵੀ ਘਟ ਗਿਆ, ਮੁਰਗੀ ਦਾ ਵੀ ਘਟ ਗਿਆ, ਬੱਕਰੇ ਤੱਕ ਜਾਣਾ ਤੇ ਸਾਡੀ ਹੁਣ ਪਹੁੰਚ ਹੀ ਨਹੀਂ ਰਹਿ ਗਈ ਜੀ। ਲਓ ਜੀ, ਇਹ ਰਾਈ ਸਾਹਿਬ ਨੇ ਵੀ ਇਹ ਗੱਲ ਦੱਸੀ ਹੈ ਕਿ ਮਹਿੰਗਾਈ ਦੇ ਹੱਥੋਂ ਲੋਕ ਬਹੁਤ ਤੰਗ ਨੇ। ਜਿੱਥੇ ਇਹਨਾਂ ਦਾ 60-70 ਕਿਲੋ ਗੋਸ਼ਤ ਚੱਲਦਾ ਸੀ, ਹੁਣ 25-30 ਕਿਲੋ 25 ਕਿਲੋ ਲੱਗਦਾ, 25 ਕਿਲੋ ਗੋਸ਼ਤ ਜਿਹੜਾ ਨਿਕਲ ਰਿਹਾ, ਤੇ ਗੁਜ਼ਾਰਾ ਮੁਸ਼ਕਲ ਹੋ ਗਿਆ ਜੀ ਹੁਣ ਤੇ ਸਾਡਾ। ਜੇ ਸਹੀ ਪੁੱਛਦੇ ਹੋ ਤੇ ਉਹ ਕਹਿ ਰਹੇ ਨੇ ਕਿ ਜੀ ਮਹਿੰਗਾਈ ਦੇ ਦੌਰ 'ਚ ਇਹਨਾਂ ਦਾ ਵੀ ਗੁਜ਼ਾਰਾ ਮੁਸ਼ਕਲ ਹੋ ਗਿਆ, ਕਿਉਂਕਿ ਇਹਨਾਂ ਦੇ ਗਾਹਕ ਬਹੁਤ ਘੱਟ ਗਏ ਨੇ, ਤੇ ਹਰ ਬੰਦਾ ਜਿਹੜਾ ਮਹਿੰਗਾਈ ਦੇ ਹੱਥੋਂ ਬਹੁਤ ਤੰਗ ਹੈ। ਲੇਕਿਨ ਅਸੀਂ ਤੁਹਾਨੂੰ ਇਹ ਦੁਕਾਨ 'ਤੇ ਲੈ ਕੇ ਆਏ ਸਾਂ, ਕਿਉਂਕਿ ਇਹਨਾਂ ਦੀ ਦੁਕਾਨ ਤੋਂ ਹੀ ਲੋਕ ਗੋਸ਼ਤ ਲੈਣਾ ਪਸੰਦ ਕਰਦੇ ਨੇ। ਕਿਉਂ ਲੈਂਦੇ ਨੇ, ਉਸ ਸਵਾਲ ਦਾ ਜਵਾਬ ਵੀ ਤੁਹਾਨੂੰ ਮਿਲ ਗਿਆ ਹੈ। ਇਹਨਾਂ ਦੀ ਸਪਲਾਈ ਕਿਸ ਤਰ੍ਹਾਂ ਦੂਰ ਦਰਾਜ਼ ਦੇ ਇਲਾਕੇ 'ਚ ਹੁੰਦੀ ਹੈ, ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਆ ਗਈਆਂ ਨੇ। ਅਸੀਂ ਰਾਈ ਸਾਹਿਬ ਦੇ ਬੜੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਆਪਣੇ ਸਾਡੇ ਚੈਨਲ ਵਾਸਤੇ ਟਾਈਮ ਕੱਢਿਆ, ਤੇ ਅੱਲਾਹ ਤਾਲਾ ਉਹਨਾਂ ਨੂੰ ਖੁਸ਼ ਰੱਖੇ, ਉਹਨਾਂ ਦੇ ਰਿਜ਼ਕ ਵਿੱਚ ਖੈਰ ਬਰਕਤ ਅਤਾ ਫਰਮਾਏ। ਆਮੀਨ। ਤੁਹਾਡੇ ਵੀ ਖੈਰ ਬਰਕਤ। ਨਾਜ਼ਰੀਨ, ਹੁਣ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਆਪਣਾ ਖਿਆਲ ਰੱਖਿਓ ਤੇ ਆਪਣੇ ਆਸ-ਪਾਸ ਦੇ ਲੋਕਾਂ ਦਾ ਵੀ। ਅੱਲਾਹ ਹਾਫਿਜ਼। ਅੱਲਾਹ।